सरकारों व प्रशासन की लापरवाहियों की अक्सर सामने आती है जिंदा मिसाल। दुर्लभ भरी जिंदगी जीने पर विवश हैं दो बुजुर्ग बहनें। रोटी, कपड़ा और मकान, इन तीनों चीज़ों के बिना कैसे जीवन व्यतीत करता है इंसान। प्रस्तुत है इस संबंधी खास रिपोर्ट। बात करते हैं जिला गुरदासपुर के बटाला के एक इलाके की। यहाँ करीब 60 से 70 वर्ष की दो बहनें दुर्लभ भरी जिंदगी व्यतीत कर रही हैं। ना तो उनके पास सही तरीके से छत है, ना ही उनके पास रहने को सही मकान है। यहाँ तक कि उनके पास पानी तक की भी सुविधा उपलब्ध नहीं है। एक बहन ने शादी नहीं करवाई, दूसरी बहन ने शादी करवाई थी, जिसकी एक बेटी है। वो भी जिसके साथ रहती है, उसका खुद का गुजारा होना मुश्किल है। सरकार व प्रशासन के दावों की पोल खोलते हैं ऐसे बेसहारा बुजुर्ग। इलाके के लोगों का मानना है कि 30-35 साल से ऐसे ही इन बुजुर्गों को देख रहे हैं। पहले तो दोनों बहनें जैसे तैसे घरों में काम करके गुजारा करती थी, मगर ज़्यादा बुजुर्ग होने के चलते इनको काम तक नहीं मिलता। पहले तो इनके घर पर तरपाल थी, जैसे तैसे लोगों ने पैसे इकट्ठे करके छोटे से कमरे पर सीमेंट की छत डाल दी, मगर वह सही नहीं है। गर्मी हो या सर्दी, इसी तरह बाहर रातें गुजारती हैं दो मजबूर बहनें। अंदर उनका बैठना भी मुश्किल है। ओके, चैनल देखे सारे दर्शकों ਨੂੰ ਸਤਿ ਸ਼੍ਰੀ ਅਕਾਲ। ਸਾਡੀ ਟੀਮ ਵੱਲੋਂ ਸਾਡੇ ਵੱਲੋਂ ਪੂਰੀ ਕੋਸ਼ਿਸ਼ ਹੁੰਦੀ ਹੈ ਵੀ ਸਰਕਾਰਾਂ ਦੇ ਤੱਕ ਆਵਾਜ਼ ਪਹੁੰਚਾਈਏ, ਉਹਨਾਂ ਗਰੀਬਾਂ ਦੀ ਜਿਨ੍ਹਾਂ ਗਰੀਬਾਂ ਤੱਕ ਕੋਈ ਵੀ ਮੁਹੱਈਆ ਨਹੀਂ ਕਰਾਈ ਗਈ ਸਕੀਮਾਂ ਨਹੀਂ ਪਹੁੰਚ ਰਹੀਆਂ। ਕਿਉਂਕਿ ਇੱਥੇ ਬਹੁਤ ਸਾਰੇ ਲੋਕ ਨੇ, ਬਹੁਤ ਸਾਰੀਆਂ ਇੱਥੇ ਹੈਗੇ ਨੇ ਵੀ ਜਿਨ੍ਹਾਂ ਦੀ ਆਵਾਜ਼ ਸਰਕਾਰਾਂ ਤੱਕ ਨਹੀਂ ਪਹੁੰਚ ਰਹੀ। ਸਰਕਾਰਾਂ ਤੇ ਬਹੁਤ ਦਾਅਵੇ ਕਰਨ ਡੀਆਂ ਵੀ ਅਸੀਂ ਗਰੀਬੀ ਨੂੰ ਹਟਾਵਾਂਗੇ, ਗਰੀਬਾਂ ਦੇ ਕੱਚੇ ਕੋਠੇ ਪਾਵਾਂਗੇ, ਪੱਕਿਆ ਕਰਾਂਗੇ, ਰਾਸ਼ਨ ਵੀ ਦੇਵਾਂਗੇ, ਹੋਰ ਪੈਨਸ਼ਨਾਂ ਵਗੈਰਾ ਵੀ ਕਈ ਸਕੀਮਾਂ ਸਰਕਾਰ ਵੱਲੋਂ ਕੀਤੀਆਂ ਗਈਆਂ। ਲੇਕਿਨ ਇੱਥੇ ਕਈ ਘਰ ਵੇਖੇ ਆਪਾਂ ਜਿਨ੍ਹਾਂ ਨੂੰ ਇਹ ਸਕੀਮਾਂ ਤੋਂ ਵਾਂਝੇ ਨੇ, ਇਹ ਸਕੀਮਾਂ ਨਹੀਂ ਮਿਲ ਸਕੀਆਂ। ਅੱਜ ਅਸੀਂ ਡਿਸਟ੍ਰਿਕਟ ਗੁਰਦਾਸਪੁਰ ਦੇ ਬਟਾਲਾ ਸ਼ਹਿਰ ਵਿੱਚ ਪਹੁੰਚੇ ਹਾਂ, ਜਿੱਥੇ ਦੋ ਬਜ਼ੁਰਗ ਮਾਤਾਵਾਂ ਰਹਿੰਦੀਆਂ ਕੱਚੇ ਘਰ 'ਚ ਰਹਿੰਦੀਆਂ ਨੇ। ਕੋਠਾ ਕੱਚਾ ਹੈ। ਪਹਿਲਾਂ ਉਹਨਾਂ ਦੀ ਝੁੱਗੀ ਸੀ, ਲੇਕਿਨ ਕਿਸੇ ਕਾਰਨ ਅੱਗ ਲੱਗਣ ਕਾਰਨ ਸੜ ਗਈਆਂ। ਮੈਂ ਤੁਹਾਨੂੰ ਤਸਵੀਰਾਂ ਵਿਖਾਉਣਾ ਵੀ ਇਹ ਮਾਤਾਵਾਂ ਜਿਹੜੀਆਂ ਬਜ਼ੁਰਗ ਮਾਤਾ ਨੇ, ਇਹ ਇਕੱਲੀਆਂ ਰਹਿਣ ਡੀਆਂ ਨੇ। ਤੇ ਇਹਨਾਂ ਦਾ ਘਰ ਵੇਖੋ ਤੁਸੀਂ, ਜਿਵੇਂ ਕਿ ਬਹੁਤ ਹੀ ਟੁੱਟਾ ਭੱਜਾ ਜਿਹਾ ਇੱਕ ਪਾਗ ਦਿੱਤਾ ਹੈ। ਪਹਿਲਾਂ ਇੱਥੇ ਇੱਕ ਝੁੱਗੀ ਸੀਗੀ, ਜਿਹੜੀ ਕਿ ਕਿਸੇ ਕਾਰਨ ਪਿੱਛੇ ਅੱਗ ਲੱਗ ਗਈ ਤੇ ਉਹ ਸੜ ਕੇ ਸਵਾਹ ਹੋ ਗਈ। ਫਿਰ ਵੀ ਮੁਹੱਲੇ ਵਾਲਿਆਂ ਨੇ ਤਰਸ ਖਾ ਕੇ ਥੋੜ੍ਹੇ ਪੈਸੇ ਇਕੱਠੇ ਕਰਕੇ ਇਹ ਛੋਟਾ ਜਿਹਾ ਢਾਰਾ ਬਣਾ ਕੇ ਦਿੱਤਾ ਹੈ। ਆ ਤੁਸੀਂ ਦੇਖ ਰਹੇ ਹੋ ਵੀ ਇਹ ਕਿੱਥੇ ਰਸੋਈ ਹੈ, ਜਿਸ ਵਿੱਚ ਇਹ ਖਾਣਾ ਬਣਾਉਂਦੀਆਂ ਹਨ ਤੇ ਹੋਰ ਵੀ ਜਿਹੜੇ ਆਪਣੇ ਕਾਰੋਬਾਰ ਕੰਮ ਵਿਹਾਰ ਕਰਦੀਆਂ ਹਨ, ਰੋਟੀ ਖਾਣਾ ਬਣਾਉਂਦੀਆਂ ਹਨ। ਤੇ ਰਹਿਣ ਦਾ ਤੁਸੀਂ ਵੇਖੋ ਵੀ ਕਿਸ ਤਰ੍ਹਾਂ ਰਹਿ ਰਹੀਆਂ ਹਨ ਇਹ ਬਜ਼ੁਰਗ ਮਾਤਾਵਾਂ। ਇਹਨਾਂ ਦੇ ਪੁੱਛਣ ਵਾਲਾ ਕੋਈ ਨਹੀਂ, ਇਹਨਾਂ ਦੇ ਸਾਰ ਲੈਣ ਵਾਲਾ ਕੋਈ ਨਹੀਂ। ਇਹ ਕਿਸ ਤਰ੍ਹਾਂ ਰਹਿ ਰਹੀਆਂ ਹਨ ਤੁਸੀਂ ਤਸਵੀਰਾਂ 'ਚ ਵੇਖ ਰਹੇ ਹੋ ਵੀ ਇਹ ਕੱਚਾ ਢਾਰਾ ਹੈ ਤੇ ਦੋ ਬਜ਼ੁਰਗ ਮਾਤਾਵਾਂ ਜਿਹੜੀਆਂ ਇਕੱਲੀਆਂ ਰਹਿ ਰਹੀਆਂ ਹਨ। ਇੱਥੇ ਲਾਗੇ ਪਿੱਪਲ ਹੈ, ਕਹਿੰਦੇ ਆ ਵੀ ਇੱਥੋਂ ਸੱਪ ਸੁੱਪ ਹੀ ਨਿਕਲਦੇ ਹਨ। ਤੇ ਕਈ ਵਾਰੀ ਮਾਤਾ ਨੇ ਵੇਖਿਆ ਹੈ, ਮਹੱਲੇ ਵਾਲਿਆਂ ਨੇ ਵੇਖਿਆ ਹੈ, ਤੇ ਫਿਰ ਵੀ ਮਾਤਾ ਦਾ ਬਚਾਅ ਹੋ ਗਿਆ। ਇਹ ਤਸਵੀਰਾਂ ਤੁਸੀਂ ਵੇਖ ਰਹੇ ਹੋ, ਇਹ ਉਹਨਾਂ ਬਜ਼ੁਰਗ ਮਾਤਾ ਦੀਆਂ ਹਨ ਜਿਹੜੀਆਂ ਕਿ ਇੱਥੇ ਰਹਿੰਦੀਆਂ ਹਨ। ਕਿੱਦਾਂ ਕੱਚਾ ਜਿਹਾ ਘਰ ਹੈ, ਛੋਟਾ ਜਿਹੀ ਰਸੋਈ ਹੈ, ਛੋਟੇ ਇੱਥੇ ਰਹਿੰਦੀਆਂ, ਨਾ ਪਾਣੀ ਦੀ ਸੁਵਿਧਾ ਹੈ, ਨਾ ਰੋਟੀ ਦੀ, ਨਾ ਕੋਈ ਖਾਣ ਦੀ। ਤੇ ਮਹੱਲੇ ਵਾਲੇ ਦੇ ਜਾਣ ਤੇ ਖਾ ਲੈਂਦੇ ਨੇ, ਨਹੀਂ ਦੇ ਕੇ ਜਾਣ ਤੇ ਇਹ ਭੁੱਖੇ ਸੌਂ ਜਾਂਦੇ ਨੇ। ਚਲੋ ਆਪਾਂ ਇਹਨਾਂ ਨਾਲ ਗੱਲ ਵੀ ਕਰਦੇ ਹਾਂ ਮਾਤਾ ਨਾਲ ਵੀ ਇਹ ਕਿੱਦਾਂ ਕਦੋਂ ਦੀਆਂ ਰਹਿਣ ਡੀਆਂ ਹਨ, ਕੀ ਸਮੱਸਿਆ ਹੈ ਤੇ ਇਹਨਾਂ ਦੇ ਅੱਗੇ ਪਿੱਛੇ ਕੌਣ ਹੈ। ਹਾਂਜੀ ਮਾਤਾ ਜੀ, ਇਹ ਤੁਸੀਂ ਇੱਥੇ ਕਿੰਨਾ ਚਿਰ ਹੋ ਗਏ ਤੁਹਾਨੂੰ ਰਹਿੰਦੇ ਇੱਥੇ? ਸਾਨੂੰ 30-35 ਸਾਲ ਤੋਂ ਜ਼ਿਆਦਾ ਹੋ ਗਏ ਆ ਜੀ ਇੱਥੇ ਰਹਿੰਦਿਆਂ ਨੂੰ। ਅਸੀਂ ਇੱਥੇ ਜਾੜ ਬੀਆਬਾਨ ਸੀ, ਇੰਦਰਾ ਮਰਨ ਤੋਂ ਗੇਤਰੇ ਮਾਂ ਤੇ 3 ਮੇਰੀਆਂ 2 ਧਰੀਆਂ ਨੇ ਭੈਣ ਦੀਆਂ ਤੇ 2 ਦੋਹਤਰੇ ਨੇ। ਤੇ ਇੱਕ ਤੇ ਹਾਲੀ ਕੱਖ ਨਹੀਂ ਕਰਦਾ ਤੇ ਇੱਕ ਬਾਹਰ ਕਲਾਇਆ ਹਾਂ ਕਰਜ਼ਾ ਚੁੱਕ ਕੇ। ਹੁਣ ਕਰਜ਼ਾ ਲਾਈਏ ਤੇ ਮੇਰੇ ਵੱਲ ਵੇਖੇ। ਤੁਹਾਡੀ ਮੈਰਿਜ ਸ਼ਾਦੀ ਹੋਈ ਹੈ? ਨਾ, ਮੇਰੀ ਨਹੀਂ ਸ਼ਾਦੀ ਹੋਈ ਜੀ, ਮੇਰੀ ਭੈਣ ਦੀ ਸ਼ਾਦੀ ਹੋਈ ਆ ਜਿਹੜੇ ਤੁਹਾਡੇ ਨਾਲ ਰਹਿੰਦੇ ਨੇ। ਆਹੋ, ਉਹ ਵੀ ਆਪਣੇ ਘਰੋਂ ਬਾਹਰੋਂ ਆ ਗਈ ਤੇ ਮੇਰੇ ਵਿੱਚ ਹੀ ਦਿਨ ਕੱਟੇ ਨੇ। ਮਿਹਨਤ ਕਰਕੇ ਲਿਆਉਂਦੀ ਰਹੀ ਹੈ ਤੇ ਮੈਂ ਖਾਂਦੀ ਰਹੀ ਹਾਂ। ਇਹਨਾਂ ਦੇ ਬੱਚੇ ਕਿਉਂ ਨਹੀਂ ਖੜਦੇ ਇਹਨਾਂ ਨੂੰ? ਇਹਦੇ ਬੱਚੇ ਉਹ ਉੱਥੋਂ ਲੜ ਕੇ ਆ ਗਿਆ, ਇੱਥੇ ਆ ਗਿਆ ਵੇ। ਹੁਣ ਉਹ ਮੇਰੀ ਧੀ ਵਿਚਾਰੀ ਨੂੰ ਉੱਧਰ ਥਾਂ ਲੈ ਕੇ ਦਿੱਤਾ ਹੈ, ਇਸੇ ਤਰ੍ਹਾਂ ਮੁਹੱਲੇ ਗਲੀ ਦੇ, ਤੇ ਉਹ ਉੱਥੇ ਰਹਿੰਦੀ ਹੈ 2 ਮਰਲੇ ਥਾਂ। ਉਹ ਸ਼ਰਾਬ ਪੀ ਹਟਦਾ, ਰਾਤ ਨੂੰ ਆਪਣੇ ਘਰ ਆ ਜਾਂਦਾ। ਉਹ ਡਰਦੀ ਹੈ ਮੈਂ ਰੋਜ਼ ਦਿਹਾੜੀ ਕੀ ਰੌਲੀ ਪਾਵਾਂ।
ਤੇ ਤੁਹਾਡਾ ਰਾਸ਼ਨ ਪਾਣੀ ਰੋਟੀ ਪਾਣੀ ਦਾ ਇੰਤਜ਼ਾਮ ਕਿੱਦਾਂ ਖਾਂਦੇ ਹੋ? ਰਾਸ਼ਨ ਪਾਣੀ ਇਸੇ ਤਰ੍ਹਾਂ ਕਿਲਾ ਮੰਡੀਆਂ 10 ਕਿਲੋ ਆਟਾ ਮਿਲਦਾ, ਹੋਰ ਭੈਣ ਭਰਾ ਦੇ ਜਾਂਦੇ ਨੇ, ਪਿਲਸਨ ਮਿਲਦੀ ਏ ਤਾਂ ਲੋੜ ਕਰ ਲਈਦੀ ਏ, ਚੁੱਕ ਚੁਕਾ ਕੇ ਲੈਣ ਦੇਣ ਬਣਿਆ ਮੈਂ ਉਹ ਬਣਾਈਦਾ ਉਸੇ ਤਰ੍ਹਾਂ ਹੀ। ਤੇ ਪਹਿਲਾਂ ਸੁਣਿਆ ਹੈ ਵੀ ਇੱਥੇ ਬਿਲਕੁਲ ਸਿਰਫ ਝੁੱਗੀ ਜੀ ਬਣੀ ਸੀ ਇੱਕ, ਤੇ ਉਹਨੂੰ ਕੀ ਹੋਇਆ ਸੀਗਾ? ਉਹ ਵੀ ਇਸੇ ਤਰ੍ਹਾਂ ਤਾਰ ਲੱਗੀ ਸੀ, ਕਰੰਟ ਪਿਆ ਤੇ ਤਾਰ ਨੂੰ ਅੱਗ ਲੱਗੀ ਹੈ। ਝੁੱਗੀ ਨੂੰ ਅੱਗ ਲੱਗ ਗਈ ਸੀਗੀ। ਹਾਂ, ਤੇ ਆ ਹੁਣ ਜਿਹੜਾ ਛੋਟਾ ਜਿਹਾ ਢਾਰਾ ਬਣਾ ਕੇ ਦਿੱਤਾ, ਇਹ ਕਿੰਨਾ ਵੱਲੋਂ ਬਣਾ ਕੇ ਦਿੱਤਾ ਤੁਹਾਨੂੰ? ਇਹ ਇਸੇ ਤਰ੍ਹਾਂ ਹੀ ਭੈਣ ਭਰਾ ਨੇ ਮਦਦ ਕੀਤੀ ਹੈ ਜੀ, ਜਿਹਦੇ ਘਰ ਜਾਈ ਆਈਦਾ ਉਹ ਹੀ ਕਰਦਾ, ਹੋਰ ਦੂਜਾ ਜਣਾ ਕੌਣ ਕਰਦਾ ਜੀ? ਤੇ ਸਰਕਾਰ ਵੱਲੋਂ ਕੋਈ ਸਹੂਲਤ ਮਿਲੀ ਤੁਹਾਨੂੰ? ਸਰਕਾਰ ਵੱਲੋਂ ਕੋਈ ਨਹੀਂ ਮਿਲੀ। ਮੇਰੇ ਕੋਠੇ ਵੀ ਢਾਤੇ ਨੇ ਤਾਂ ਵੀ ਨਹੀਂ ਮੈਨੂੰ ਉਹਨਾਂ ਕੁਛ ਦਿੱਤਾ। ਇਹ ਸਰਕਾਰਾਂ ਦੇ ਬੜੇ ਵਾਅਦੇ ਕਰਨ ਡੀਆਂ ਵੀ ਇਹ ਗਰੀਬਾਂ ਦੇ ਕੱਚੇ ਕੋਠੇ ਨੂੰ ਪੱਕੇ ਕਰਨ ਦੇ ਆ, ਰਾਸ਼ਨ ਪਾਣੀ ਦੇਣ ਦੇ ਆ, ਸਭ ਕੁਝ ਦੇਣ ਦੇ ਆ। ਮੇਰੇ ਮੂੰਹ ਤੇ ਪੁੱਛਣ ਆਣ ਕੇ ਕਿੱਥੇ ਦਿੱਤਾ ਏ, ਮੈਂ ਗਵਾਹ ਵਾਂ। ਤੇ ਹੁਣ ਤੁਸੀਂ ਕੀ ਚਾਹੁੰਦੇ ਹੋ ਸਰਕਾਰਾਂ ਕੋਲ? ਹੁਣ ਜਿਸ ਨਾਲ ਤੁਸੀਂ ਆਖੋ ਤੇ ਫਿਰ ਮੈਂ ਤਾਂ ਸਰਕਾਰ ਦੀ ਮੰਨਣੀ ਹੈ, ਹੋਰ ਭੈਣ ਭਰਾ ਦੀ ਵੀ ਮੰਨਾਂ ਦੀ, ਜੋ ਕੋਈ ਕਿਰਾਏ ਦਾ। ਤੁਸੀਂ ਦੇਖਿਆ ਇੱਕ ਮਾਤਾ ਜੀ ਕਹਿਣ ਦੇ ਨੇ ਵੀ ਆਪਾਂ ਕਿੱਦਾਂ ਸਰਕਾਰਾਂ ਦੇ ਵਾਅਦੇ ਕਰਦੀਆਂ, ਲੇਕਿਨ ਸਾਨੂੰ ਸਰਕਾਰਾਂ ਦਾ ਕੋਈ ਨਹੀਂ ਪਹੁੰਚਿਆ, ਕੋਈ ਨੁਮਾਇੰਦਾ ਨਹੀਂ ਪਹੁੰਚਿਆ ਤੇ ਵੇਖਣ ਵਾਸਤੇ ਕਿਸੇ ਕਿਸਮ ਦੀ ਕੋਈ ਸਹੂਲਤ ਨਹੀਂ ਮਿਲੀ। ਜੋ ਮਹੱਲੇ ਵਾਲੇ ਦਿੰਦੇ ਆ ਆਪਾਂ ਉਹ 'ਚ ਗੁਜ਼ਾਰਾ ਕਰਦੇ ਆ, ਉਹੀ ਖਾਣੇ ਪੀਂਦੇ ਆ। ਆਓ ਆਪਾਂ ਦੂਜੀ ਮਾਤਾ ਨਾਲ ਵੀ ਗੱਲ ਕਰਦੇ ਆ ਵੀ ਉਹਨਾਂ ਦਾ ਕੀ ਕਹਿਣਾ ਹੈ, ਕਿੱਦਾਂ ਰਹਿੰਦੇ ਨੇ। ਹਾਂਜੀ ਮਾਤਾ ਜੀ, ਇਹ ਤੁਹਾਨੂੰ ਕਿੰਨਾ ਚਿਰ ਹੋ ਗਿਆ ਇੱਥੇ ਰਹਿੰਦੇ ਆ? ਹਾਂਜੀ, ਵਾਹਵਾ ਚੇਰੀ ਰਹਿ ਗਏ ਨੇ ਜੀ, ਇੱਕੋ ਗੱਲ ਕਰੋ ਤੁਸੀਂ। ਤੇ ਤੁਹਾਡੇ ਧੀ ਪੁੱਤ ਵੀ ਹੈਗੇ ਨੇ, ਉਹ ਕਿਉਂ ਤੁਹਾਨੂੰ ਕੋਲ ਰੱਖਦੇ? ਧੀਆਂ ਪੁੱਤ ਜੀ ਕੋਈ ਰੱਖਦਾ ਵੇ? ਉਹਨਾਂ ਤੁਹਾਨੂੰ ਘਰੋਂ ਕੱਢਤਾ ਬਾਹਰ ਤੇ ਤੁਸੀਂ ਆਪ ਆਏ ਹੋ? ਮੈਂ ਨਹੀਂ ਜੀ ਜਾਂਦੀ ਤੇ ਨਾ ਮੈਂ ਹੁੰਦੀ ਉਹਨਾਂ ਦੇ ਘਰ। ਉੱਥੇ ਤੇ ਲੜਾਈ ਝਗੜਾ ਪਿਆ ਰਹਿੰਦਾ ਵੇ। ਉਹ ਆਂਦੀ ਏ ਜਾਓ, ਚਲੇ ਜਾਓ ਆਪਣੇ ਘਰ। ਹੋਰ ਬਹਿ ਤੇ ਗੁਜ਼ਾਰਾ ਤੁਹਾਡਾ ਕਿੱਦਾਂ ਹੁੰਦਾ ਜੀ ਇੱਥੋਂ ਰੋਟੀ ਪਾਣੀ ਦਾ? ਗੁਜ਼ਾਰਾ ਜੀ ਮਹਾਰਾਜ ਦੇਣ ਵਾਲਾ ਵੇ, ਜਿਹਦਾ ਜੀ ਕਰਦਾ ਉਹ ਸਵੇਰੇ ਉੱਠ ਕੇ ਆਉਂਦਾ ਹੈ ਵਿਚਾਰਾ, ਪੈਕਟ ਰੱਸਦਾ ਤੇ 20 ਰੁਪਈਏ ਦੇ ਜਾਂਦਾ। ਤੁਸੀਂ ਦੇਖਿਆ ਵੀ ਮਾਤਾ ਹੋਰੀ ਵੀ ਬਹੁਤ ਦੁਖੀ ਨੇ, ਬੋਲਣ ਨੂੰ ਕੁਝ ਨਹੀਂ ਹੈ। ਕੀ ਬੋਲਣਗੇ, ਕਿਹਦੇ ਖਿਲਾਫ ਬੋਲਣਗੇ ਜਦੋਂ ਧੀਆਂ ਪੁੱਤ ਨਹੀਂ ਰੱਖਦੇ, ਸਰਕਾਰਾਂ ਕੰਮ ਨਹੀਂ ਆਉਂਦੀਆਂ। ਹੁਣ ਇਹ ਬਸ ਟਾਈਮ ਪਾਸ ਕਰਨ ਦੇ ਆ ਬਜ਼ੁਰਗ ਅਵਸਥਾ ਵਿੱਚ, ਲੇਕਿਨ ਇਹੋ ਜਿਹੀ ਬਜ਼ੁਰਗ ਅਵਸਥਾ ਵਿੱਚ ਇਹ ਧੀਆਂ ਪੁੱਤ ਜ਼ਿਆਦਾ ਕੰਮ ਆਉਂਦੇ ਨੇ। ਤੇ ਲੇਕਿਨ ਇਹ ਘਰੋਂ ਬਾਹਰ ਹੋਣਾ ਕੱਢਦਾ ਵਾ, ਉਹ ਰੱਖਣ ਨੂੰ ਤਿਆਰ ਨਹੀਂ। ਇੱਕ ਵਾਰ ਤਾਂ ਮੈਂ ਤਸਵੀਰਾਂ ਤੁਹਾਨੂੰ ਫਿਰ ਵਿਖਾ ਦਿਆਂ ਉਹਨਾਂ ਘਰ ਦੀਆਂ ਵੀ ਜਿੱਥੇ ਰਹਿ ਰਹੇ ਨੇ, ਕਿਹੋ ਜਿਹਾ ਮਕਾਨ ਇਹਨਾਂ ਦਾ। ਮਕਾਨ ਕੀ ਕੈਸੇ ਢਾਰਾ ਹੀ ਆ, ਢਾਰਾ ਜਿੱਥੇ ਕੁੱਤੇ ਵੀ ਨਹੀਂ ਰਹਿ ਸਕਦੇ, ਲੇਕਿਨ ਇਹ ਰਹਿ ਰਹੇ ਨੇ। ਅੰਦਰ ਕਮਰਾ ਵੀ ਖੋਲ ਕੇ ਤੁਹਾਨੂੰ ਇੱਕ ਵਾਰ ਦਿਖਾ ਦਿੰਦੇ ਆ, ਝਾਤੀ ਮਰਵਾ ਦਿੰਦੇ ਆ। ਤੁਸੀਂ ਦੇਖ ਸਕਦੇ ਹੋ ਕਮਰਾ ਸਿਰਫ ਬਹਿਣ ਵਾਸਤੇ ਜਗ੍ਹਾ ਇਹਨਾਂ ਦੀ, ਲੇਕਿਨ ਇਹ ਦੋ ਜਿਹੜੀਆਂ ਬਜ਼ੁਰਗ ਔਰਤਾਂ ਨੇ ਇਹ ਇੱਥੇ ਸੌਂਦੀਆਂ ਨੇ। ਇਹੋ ਜਿਹਾ ਕਮਰਾ ਤੇ ਡੰਗਰਾਂ ਦਾ ਵਾੜਾ ਵੀ ਨਹੀਂ ਹੁੰਦਾ, ਉਹ ਵੀ ਬਹੁਤ ਸਾਫ਼ ਸੁਥਰਾ ਹੁੰਦਾ, ਲੇਕਿਨ ਇਹ ਇੱਥੇ ਆਪਣਾ ਜੀਵਨ ਬਤੀਤ ਕਰ ਰਹੀਆਂ ਨੇ। ਸਰਕਾਰਾਂ ਦੇ ਹੁੰਦਿਆਂ ਸਰਕਾਰਾਂ ਜਿਹੜੀਆਂ ਇਹਨੇ ਵਾਅਦੇ ਕਰਨੀਆਂ ਨੇ, ਉਹਨਾਂ ਦੇ ਬਾਵਜੂਦ ਇਹ ਇਸ ਕੰਡੀਸ਼ਨ 'ਚ ਰਹਿ ਰਹੀਆਂ ਨੇ ਜਿੱਥੇ ਕੋਈ ਵੀ ਵੇਖਣ ਨੂੰ ਨਹੀਂ ਦਿਲ ਕਰਦਾ, ਲੇਕਿਨ ਉਹ ਰਹਿ ਰਹੀਆਂ ਨੇ। ਆਓ ਇੱਥੇ ਆਪਾਂ ਮੁਹੱਲਾ ਵਾਸੀਆਂ ਨਾਲ ਵੀ ਗੱਲ ਕਰਦੇ ਹਾਂ, ਇੱਕ ਵਾਰੀ ਉਹਨਾਂ ਕੋਲ ਵੀ ਪੁੱਛਦੇ ਹਾਂ ਵੀ ਉਹਨਾਂ ਨੂੰ ਕਿੰਨਾ ਚਿਰ ਹੋ ਗਿਆ ਇੱਥੇ ਵਹਿੰਦਿਆਂ ਤੇ ਕੀ ਕੁਝ ਕੀਤਾ ਉਹਨਾਂ ਵਾਸਤੇ। ਹਾਂਜੀ ਵੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਇਹ ਮਾਤਾ ਸਾਰੇ ਇੱਥੇ ਰਹਿਣ ਦੀਆਂ ਨੇ, ਇੰਨਾ ਚਿਰ ਹੋ ਗਿਆ, ਤੇ ਇਹਨਾਂ ਬਾਰੇ ਤੁਸੀਂ ਕੀ ਕਹੋ? ਤੋਂ ਹੀ ਵੇਖ ਰਹੇ ਹੋ? ਸ਼ਾਇਦ ਤੋਂ ਜਦੋਂ ਤੋਂ ਮੈਂ ਹੋਸ਼ ਸੰਭਾਲੀ ਆ ਜੀ, ਮੈਂ ਤਾਂ ਇਹਨਾਂ ਨੂੰ ਇੱਥੇ ਵੇਖਦਾ ਪਿਆ। ਪਹਿਲਾਂ ਉੱਧਰ ਢਾਰਾ ਹੁੰਦਾ ਸੀ, ਸ਼ਾਇਦ ਉਹ ਫਿਰ ਬਿਜਲੀ ਦੀਆਂ ਤਾਰਾਂ ਵਿੱਚ ਅੱਗ ਲੱਗਣ ਨਾਲ ਸੜ ਗਈ ਝੁੱਗੀ ਨਾਲ, ਤੇ ਫਿਰ ਲੋਕਾਂ ਦੀ ਮਦਦ ਨਾਲ ਹੀ ਇਹ ਢਾਰਾ ਜਿਹਾ ਪਾ ਦਿੱਤਾ ਗਿਆ ਵੀ ਹੁਣ ਜਿਹੜਾ ਪਾ ਦਿੱਤਾ। ਪਰ ਇਹ ਕੋਈ ਰਹਿਣ ਲਾਇਕ ਢਾਰਾ ਨਹੀਂ ਹੈਗਾ ਇਸ ਟਾਈਮ। ਇੱਕ ਮਨੁੱਖੀ ਜੀਵਨ ਜੀਣ ਲਈ ਤੁਹਾਨੂੰ ਪਤਾ ਹੀ ਹੈ, ਖਾਣਾ ਵੀ ਹੈ, ਉਹਦੇ 'ਚ ਰਹਿਣਾ ਵੀ ਹੈ। ਮੀਂਹ ਵਿੱਚ ਕੋਈ ਪਤਾ ਨਹੀਂ ਕਿੱਥੋਂ ਪਾਣੀ ਚੋਣਾ ਕਿੱਥੋਂ ਨਹੀਂ ਚੋਣਾ। ਕੋਈ ਜੀਵ ਜੰਤੂ ਤੁਰੇ ਫਿਰਦੇ ਨੇ ਅੰਦਰ, ਤੇ 2 ਇਕੱਲੀਆਂ ਬਜ਼ੁਰਗ ਜਨਾਨੀਆਂ ਨੇ। ਕੋਈ ਜੀਵ ਜੰਤੂ ਕੱਟ ਜੇ ਕੌਣ ਜ਼ਿੰਮੇਦਾਰ ਹੈ? ਤੇ ਨਾ ਉਹਨਾਂ ਨੂੰ ਖਾਣ ਦਾ ਪਤਾ ਵਾ ਵੀ ਸਾਨੂੰ ਦੁਪਹਿਰ ਦਾ ਖਾਣਾ ਮਿਲੇਗਾ ਕਿ ਨਹੀਂ ਮਿਲੇਗਾ। ਜੇ ਦੁਪਹਿਰ ਨੂੰ ਮਿਲ ਜਾਂਦਾ ਤਾਂ ਰਾਤ ਦਾ ਕੋਈ ਨਹੀਂ ਪਤਾ। ਗਰਮੀਆਂ ਵਿੱਚ ਇਸ ਤਰ੍ਹਾਂ ਹੀ ਬਾਹਰ ਵਿਚਾਰੀਆਂ ਸੌਂਦੀਆਂ ਸੜਕ 'ਤੇ, ਅੰਦਰ ਪੱਖੇ ਦੀ ਲਾਉਣ ਦੀ ਹਿੰਮਤ ਹੈ ਨਹੀਂ ਹੈ। ਅਤੇ ਨਾਲ ਟਰਾਂਸਫਾਰਮਰ ਵਾਲੇ ਇਹਨਾਂ ਨੂੰ ਸ਼ਾਇਦ ਸਿਲੰਡਰ ਵੀ ਨਹੀਂ ਲਗਾਉਣ ਦਿੰਦੇ ਕਿ ਅੱਗ ਲੱਗਣ ਦਾ ਖਤਰਾ ਵਾ।
ਈਵਨ ਕੋਈ ਦਾਨੀ ਸੱਜਣ ਨੂੰ ਦੇ ਵੀ ਜਾਂਦਾ ਸਿਲੰਡਰ ਤੇ ਉਹ ਲਗਾਉਣ ਨਹੀਂ ਦਿੰਦੇ। ਇਸ ਕਰਕੇ ਕਿ ਪ੍ਰਸ਼ਾਸਨ ਜਾਂ ਸਮਾਜ ਸੇਵੀ ਸੰਸਥਾ ਥੋੜ੍ਹਾ ਬਹੁਤਾ ਸੋਚੇ ਇਹਨਾਂ ਨੂੰ, ਤਾਂ ਕਿ ਆਪਣਾ ਮਨੁੱਖੀ ਜੀਵਨ ਜੀ ਸਕਣ। ਕੋਈ ਰੋਟੀ ਪਾਣੀ ਦਾ ਤੇ ਰਹਿਣ ਦਾ ਇੰਤਜ਼ਾਮ ਕਰਦੇ ਨੇ ਇਹਨਾਂ ਦਾ। ਇਹ ਬਜ਼ੁਰਗ ਨੇ 80 ਸਾਲ ਤੋਂ ਉੱਪਰ ਦੀਆਂ ਨੇ, ਕੁਛ ਸੋਚੋ ਇਹਨਾਂ ਦਾ। ਤੇ ਮਹੱਲਾ ਵਾਸੀਆਂ ਵੱਲੋਂ ਕੀ ਇਹਨਾਂ ਨੂੰ ਦਿੱਤੀ ਗਈ ਸਹੂਲਤ, ਕੋਈ ਕੀਤਾ ਗਿਆ? ਮਹੱਲਾ ਵਾਸੀ ਜੀ ਦੇਖੋ, ਜਿੰਨਾ ਹੋ ਸਕਦਾ ਕਿਸੇ ਘਰ ਦਾ ਕੋਈ ਰੋਟੀ ਦੇ ਦੇਗਾ ਇੱਕ ਟਾਈਮ ਦੀ, ਕੋਈ 2 ਟਾਈਮ ਦੀ, ਦੂਜੇ ਟਾਈਮ ਆ ਜਾਏਗਾ, ਕੋਈ 10 ਰੁਪਏ ਦੇ ਜਾਏਗਾ, ਕੋਈ 20 ਦੇ ਜਾਏਗਾ, ਪਰ ਉਹਦੇ ਨਾਲ ਨਿਰਵਾਹ ਨਹੀਂ ਨਾ ਹੁੰਦਾ। ਨਿਰਵਾਹ ਲਈ ਤੇ ਇੱਕ ਰੈਗੂਲਰ ਇਨਕਮ ਚਾਹੀਦੀ ਹੁੰਦੀ ਹੈ, ਜਿਹੜੀ ਉਹਨਾਂ ਦੀ ਨਹੀਂ ਹੈਗੀ। ਪਹਿਲਾਂ ਉਹ ਲੋਕਾਂ ਦੇ ਘਰਾਂ 'ਚ ਕੰਮ ਕਰਦੀਆਂ ਸੀ, ਹੁਣ ਉਹ ਕੰਮ ਕਰਨ ਜੋਗੀਆਂ ਨਹੀਂ ਰਹੀਆਂ, ਤੇ ਫਿਰ ਲੋਕਾਂ ਦੇ ਰਹਿਮ ਤੇ ਕਿੰਨੇ ਕੁ ਦੇਰ ਜੀਆ ਜਾ ਸਕਦਾ। ਇੱਕ ਰੈਗੂਲਰ ਉਹਨਾਂ ਦੀ ਰੂਟੀਨ ਬਣਾਈ ਜਾਏ, ਜਿਹੜੀ ਕਿ ਉਹਨਾਂ ਨੂੰ ਰੋਟੀ ਮਿਲ ਸਕੇ, ਤੇ ਇੱਕ ਰਹਿਣ ਦਾ ਇੱਕ ਉਹਨਾਂ ਦਾ ਪ੍ਰਬੰਧ ਕੀਤਾ ਜਾਏ, ਤਾਂ ਕਿ ਉਹ ਆਪਣਾ ਮਨੁੱਖਾਂ ਦੀ ਤਰ੍ਹਾਂ ਜੀ ਲੈਣ। ਜੀ ਦੇਖਿਆ ਤੁਸੀਂ ਵੀ ਮਹੱਲਾ ਵਾਸੀ ਵੀ ਬਹੁਤ ਪਰੇਸ਼ਾਨ ਨੇ, ਕਹਿੰਦੇ ਵੀ ਆਪਾਂ ਕਿੰਨਾ ਕੁ ਚਿਰ ਦੇ ਸਕਦੇ। ਮਹੱਲਾ ਵਾਸੀ ਦਿੰਦੇ ਨੇ, ਕੋਈ 10 ਦੇਗਾ, ਕੋਈ 20 ਦੇਗਾ, ਲੇਕਿਨ ਹਰ ਇੱਕ ਦੀਆਂ ਆਪੋ ਆਪਣੀਆਂ ਮਜਬੂਰੀਆਂ ਹੁੰਦੀਆਂ, ਆਪੋ ਆਪਣੇ ਖਰਚੇ ਹੁੰਦੇ ਆ, ਕੋਈ ਕਿੰਨਾ ਕੁ ਕਰ ਸਕਦਾ। ਲੇਕਿਨ ਇਹੋ ਜਿਹੀ ਅੱਗੇ ਸਮਾਜ ਸੇਵਾ ਸੰਸਥਾ ਨੂੰ ਹੋਣਾ ਚਾਹੀਦਾ, ਜਾਂ ਸਰਕਾਰਾਂ ਨੂੰ, ਜਿਹੜੀਆਂ ਦਾਅਵੇ ਬਹੁਤ ਕਰਦੀਆਂ ਨੇ ਵੀ ਆਪਾਂ ਗਰੀਬਾਂ ਲਈ ਰਾਸ਼ਨ ਭੇਜਦਾ, ਗਰੀਬਾਂ ਨੂੰ ਭੁੱਖੇ ਨਹੀਂ ਮਰਨ ਦਿਆਂਗੇ, ਗਰੀਬਾਂ ਲਈ ਕੁਲੀਆਂ ਨੂੰ ਆਪਾਂ ਉੱਚੇ ਪੱਕੇ ਮਕਾਨ ਬਣਾ ਕੇ ਦੇਵਾਂਗੇ। ਇਹ ਜਿਉਂਦੀ ਜਾਦੀ ਮਿਸਾਲ ਹੈ। ਬੰਦੇ ਨੂੰ ਚਾਹੀਦੀ ਹੈ ਜੀਵਨ ਵਾਸਤੇ ਰੋਟੀ, ਕੱਪੜਾ ਤੇ ਮਕਾਨ। ਇਹਨਾਂ ਬਜ਼ੁਰਗ ਮਾਤਾ ਕੋਲ ਇਹ ਤਿੰਨਾਂ ਦੇ ਕੁਝ ਨਹੀਂ ਹੈਗਾ, ਲੇਕਿਨ ਫਿਰ ਵੀ ਆਪਣੀ ਜ਼ਿੰਦਗੀ ਦੇ ਟਾਈਮ ਪਾਸ ਕਰ ਰਹੀਆਂ ਨੇ, ਟਾਈਮ ਕੱਢ ਰਹੀਆਂ ਨੇ। ਸੋ ਸਰਕਾਰਾਂ ਨੂੰ ਇਹ ਆ ਵੀ ਇਹਨਾਂ ਵੱਲ ਖਿਆਲ ਕਰੇ, ਸਮਾਜ ਸੇਵੀ ਸੰਸਥਾ ਨੂੰ ਇਹੀ ਹੈ ਵੀ ਇਹਨਾਂ ਵੱਲ ਵੇਖੇ ਤੇ ਇਹਨਾਂ ਦੀ ਲੋੜ ਹੈ ਉਹ ਪੂਰੀ ਕਰ ਸਕਣ। ਜਤਿੰਦਰ ਕੁੰਡਲ ਨਾਲ ਜਸਵਿੰਦਰ ਬੇਦੀ, ਗੁਰਦਾਸਪੁਰ।